ਹੈਲੋ एवरीवन सत श्री अकाल ਸਾਰਿਆਂ ਨੂੰ ਸਰਵ ਐਜੂਕੇਸ਼ਨ ਤੋਂ ਮੈਂ ਰੰजना ਗੁप्ता। तो देखो ਆਪਾਂ डिस्कस करी ਜਾਂਦੇ ਸੀਗੇ थर्ड चैप्टर बिजनेस इन्वायरमेंट। ਹੁਣ तक अपने 3 ਲੈਕਚਰਸ हो चुके हैं बिजनेस इन्वायरमेंट ਦੇ ਵਿੱਚ। ਪਹਿਲੇ ਲੈਕਚਰ ਦੇ ਵਿੱਚ ਆਪਾਂ ਬਿਜ਼ਨਸ ਇਨਵਾਇਰमेंट ਨੂੰ ਸਮਝਿਆ ਸੀਗਾ ਤੇ ਬਿਜ਼ਨਸ ਇਨਵਾਇਰमेंट ਦੇ ਕੰਪੋਨੈਂਟ ਸਮਝੇ ਸੀ। ਦੂਸਰੇ ਲੈਕਚਰ ਦੇ ਵਿੱਚ ਆਪਾਂ ਸਮਝੇ ਸੀਗੇ ਬਿਜ਼ਨਸ ਇਨਵਾਇਰमेंट ਦੇ ਵਿੱਚੋਂ ਜਿਹੜਾ ਐਕਸਟਰਨਲ ਇਨਵਾਇਰमेंट ਹੁੰਦਾ ਹੈਗਾ ਉਹਦੇ ਕੀ ਕੰਪੋਨੈਂਟਸ ਹੁੰਦੇ ਹੈਗੇ। ਤੇ ਤੀਜੇ ਲੈਕਚਰ ਦੇ ਵਿੱਚ ਆਪਾਂ ਡਿਸਕਸ ਕੀਤੇ ਸੀਗੇ ਫੀਚਰਸ ਐਂਡ ਇੰਪੋਰਟੈਂਸ ਆਫ ਬਿਜ਼ਨਸ ਇਨਵਾਇਰमेंट। ਅੱਜ ਆਪਾਂ फोर्थ ਲੈਕਚਰ ਦੇ ਵਿੱਚ ਡਿਸਕਸ ਕਰਾਂਗੇ ਕਨਸੈਪਟ ਆਫ ਡੀਮੋਨੇਟਾਈਜੇਸ਼ਨ। ਬਹੁਤ ਛੋਟਾ ਜਿਹਾ ਕਨਸੈਪਟ ਹੈਗਾ ਆਪਣੀਆਂ ਬੁੱਕਸ ਦੇ ਵਿੱਚ, ਆਪਾਂ ਫਟਾਫਟ ਡਿਸਕਸ ਕਰ ਲੈਂਦੇ ਹਾਂ। ਸਾਰਿਆਂ ਨਾਲੋਂ ਪਹਿਲਾਂ ਤਾਂ ਇਹ ਸਮਝੋ ਕਿ ਡੀਮੋਨੇਟਾਈਜੇਸ਼ਨ ਹੁੰਦੀ ਕੀ ਹੈ। ਹੁਣੀ ਰੀਸੈਂਟਲੀ ਜੇ ਤੁਸੀਂ ਇੱਕ ਨਿਊਜ਼ ਸੁਣੀ ਹੋਵੇ ਤਾਂ ਗਵਰਨਮੈਂਟ ਨੇ 2000 ਦੇ ਨੋਟ ਜਿਹੜੇ ਹੈਗੇ ਉਹ ਬੰਦ ਕਰਤੇ। ਇੱਦਾਂ ਹੀ ਸਿਮਿਲਰ ਇੱਕ ਨਿਊਜ਼ ਤੁਸੀਂ 2016 ਦੇ ਵਿੱਚ ਸੁਣੀ ਹੋਊਗੀ। ਉਦੋਂ ਵੀ ਗਵਰਨਮੈਂਟ ਨੇ ਕੀ ਕੀਤਾ ਸੀਗਾ, ਇੰਡੀਆ ਦੇ ਵਿੱਚ ਜੋ ਪਹਿਲਾਂ 500 ਤੇ 1000 ਦੇ ਨੋਟਸ ਚੱਲਦੇ ਸੀਗੇ ਉਹਨਾਂ ਨੂੰ ਕੀ ਕੀਤਾ ਸੀਗਾ, ਗਵਰਨਮੈਂਟ ਨੇ ਬੰਦ ਕਰਤਾ ਸੀ। ਤਾਂ ਇਹ ਜੋ ਚੀਜ਼ ਹੈ, ਜੋ ਵੀ ਤੁਹਾਡੀ ਕਰੰਸੀ, ਜੋ ਲੀਗਲ ਕਰੰਸੀ ਤੁਸੀਂ ਐਕਸਚੇਂਜ ਦੀ ਐਜ਼ ਅ ਮੀਡੀਅਮ ਆਫ ਐਕਸਚੇਂਜ ਯੂਜ਼ ਕਰ ਰਹੇ ਹੋਗੇ, ਜਦੋਂ ਤੁਸੀਂ ਉਹਦਾ ਕੀ ਕਰ ਦਿਓਗੇ, ਸਟੇਟਸ ਖਤਮ ਕਰ ਦਿੰਦੇ ਹੋਗੇ ਐਜ਼ ਅ ਲੀਗਲ ਟੈਂਡਰ। ਐਜ਼ ਅ ਲੀਗਲ ਟੈਂਡਰ ਜਦੋਂ ਤੁਸੀਂ ਆਪਦੀ ਕਰੰਸੀ ਦਾ, ਜੋ ਤੁਹਾਡੀ ਕਰੰਸੀ ਸਰਕੂਲੇਸ਼ਨ ਦੇ ਵਿੱਚ ਹੈਗੀ ਜਿਹਨੂੰ ਤੁਸੀਂ ਐਜ਼ ਅ ਮੀਡੀਅਮ ਆਫ ਐਕਸਚੇਂਜ ਯੂਜ਼ ਕਰਦੇ ਹੋਗੇ, ਉਹਦਾ ਸਟੇਟਸ ਖਤਮ ਕਰ ਦਿੰਦੇ ਹੋ ਲੀਗਲ ਟੈਂਡਰ, ਤਾਂ ਉਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹੈਗੇ, ਡੀਮੋਨੇਟਾਈਜੇਸ਼ਨ। ਤਾਂ ਆ ਜਿਹੜੇ ਗਵਰਨਮੈਂਟ ਨੇ ਹੁਣ 2000 ਦੇ ਨੋਟ ਬੰਦ ਕੀਤੇ ਹੈਗੇ, ਇਹ ਵੀ ਕੀ ਹੈਗੀ, ਡੀਮੋਨੇਟਾਈਜੇਸ਼ਨ ਹੈਗੀ 2000 ਦੇ ਨੋਟਸ ਦੀ। ਤੇ 2016 ਦੇ ਵਿੱਚ ਜਿਹੜੇ ਗਵਰਨਮੈਂਟ ਨੇ 500 ਤੇ 1000 ਦੇ ਨੋਟਸ ਬੰਦ ਕੀਤੇ ਸੀਗੇ, ਕੀ ਕਿਹਾ ਸੀਗਾ ਕਿ ਜਿਹੜੇ ਉਸ टाइम ਤੇ 500 ਤੇ 1000 ਦੇ ਨੋਟ ਕੰਟਰੀ ਦੇ ਵਿੱਚ ਚੱਲ ਰਹੇ ਸੀਗੇ ਉਹਨਾਂ ਨੂੰ ਅੱਜ ਤੋਂ ਬਾਅਦ ਐਜ਼ ਅ ਲੀਗਲ ਕਰੰਸੀ ਐਕਸੈਪਟ ਨਹੀਂ ਕੀਤਾ ਜਾਊਗਾ। ਤਾਂ ਇਸ ਚੀਜ਼ ਨੂੰ ਆਪਾਂ ਕੀ ਕਹਿੰਦੇ ਹੈਗੇ, ਡੀਮੋਨੇਟਾਈਜੇਸ਼ਨ। ਤਾਂ ਦੇਖੋ ਬਹੁਤ ਸਿੰਪਲ ਜੀ ਚੀਜ਼ ਹੈਗੀ। The term demonetization refers to the act of stripping a currency unit of its status as legal tender। ਕੀ ਕਰਨਾ ਹੈਗਾ, ਜੋ ਵੀ ਤੁਹਾਡੀ ਕਰੰਸੀ ਯੂਨਿਟ ਹੈਗੀ ਉਹਦਾ ਕੀ ਕੀਤਾ ਹੈਗਾ, ਆਪਾਂ ਸਟੇਟਸ ਕੀ ਕੀਤਾ ਹੈਗਾ, ਸਟ੍ਰਿਪ ਕਰ ਲਿਆ, ਖਤਮ ਕਰਤਾ ਐਜ਼ ਲੀਗਲ ਟੈਂਡਰ। ਕਿ ਜੋ ਵੀ ਤੁਸੀਂ ਐਜ਼ ਅ ਲੀਗਲ ਟੈਂਡਰ ਯੂਜ਼ ਕਰਦੇ ਸੀਗੇ ਕਰੰਸੀ, ਉਹਨੂੰ ਤੁਸੀਂ ਅੱਜ ਤੋਂ ਬਾਅਦ ਯੂਜ਼ ਕਰਨ ਤੋਂ ਕੀ ਕਰਤਾ, ਮਨਾ ਕਰਤਾ, ਉਹਦਾ ਉਹ ਸਟੇਟਸ ਖੋਹ ਲਿਆ ਮਨੀ ਵਾਲਾ। ਤਾਂ ਉਹਨੂੰ ਕੀ ਕਿਹਾ ਜਾਂਦਾ ਹੈਗਾ, ਡੀਮੋਨੇਟਾਈਜੇਸ਼ਨ। ਇਨ ਸਿੰਪਲ ਵਰਡਸ ਯੂ ਕੈਨ ਸੇ that when demonetization of a currency occurs, the currency loses its face value and is no longer of the status to be used as a legal money of any kind of for any kind of transaction। ਜਿਵੇਂ ਕੋਈ ਨੋਰਮਲ ਪੇਜ ਹੁੰਦਾ ਹੈਗਾ, ਉਹਨੂੰ ਤੁਸੀਂ ਐਕਸਚੇਂਜ ਦੇ ਕੇ ਕੋਈ ਚੀਜ਼ ਖਰੀਦ ਨਹੀਂ ਸਕਦੇ ਨਾ, ਸਿਰਫ ਜੋ ਐਜ਼ ਆਪਣੇ ਲੀਗਲ ਟੈਂਡਰਸ ਨੇ, ਜੋ ਅਥੋਰਿਟੀ ਨੇ ਆਪਾਂ ਨੂੰ ਅਥੋਰਾਈਜ਼ ਕੀਤੇ ਹੋਏ ਹੈਗੇ ਪੈਸੇ, ਉਹਨਾਂ ਨੂੰ ਹੀ ਤੁਸੀਂ ਦੇ ਕੇ ਕੋਈ ਚੀਜ਼ ਖਰੀਦ ਸਕਦੇ ਹੋਗੇ, ਹੋਰ ਕੋਈ ਪੇਪਰ ਦੇ ਕੇ ਤਾਂ ਨਹੀਂ ਖਰੀਦ ਸਕਦੇ। ਉਵੇਂ ਹੀ ਜਦੋਂ ਉਹਨਾਂ ਦਾ ਵੀ ਸਟੇਟਸ ਐਜ਼ ਅ ਲੀਗਲ ਟੈਂਡਰ ਖਤਮ ਕਰ ਦਿੱਤਾ ਗਿਆ ਤਾਂ ਉਹ ਵੀ ਕਿਸੇ ਨੋਰਮਲ ਪੇਪਰ ਦੀ ਤਰ੍ਹਾਂ ਹੀ ਰਹਿ ਗਏ ਸੀਗੇ, ਉਹਨਾਂ ਨੂੰ ਵੀ ਤੁਸੀਂ ਕਿਸੇ ਵੀ ਟ੍ਰਾਂਜੈਕਸ਼ਨ ਦੇ ਵਿੱਚ ਯੂਜ਼ ਨਹੀਂ ਕਰ ਸਕਦੇ ਸੀਗੇ ਐਕਸਚੇਂਜ ਕਰਨ। ਇੰਨੀ ਗੱਲ ਸਮਝ ਆ ਗਈ ਡੀਮੋਨੇਟਾਈਜੇਸ਼ਨ ਹੁੰਦੀ ਕੀ ਹੈਗੀ। ਹੁਣ ਆਪਾਂ ਸਮਝਦੇ ਕਿ ਡੀਮੋਨੇਟਾਈਜੇਸ਼ਨ ਗਵਰਨਮੈਂਟ ਨੇ ਕਿਉਂ ਕੀਤੀ ਸੀਗੀ ਤੇ ਇਹਦੇ ਫੀਚਰਸ ਕੀ ਹੈਗੇ ਤੇ ਇਹਦਾ ਕੀ ਇੰਪੈਕਟ ਪਿਆਗਾ ਆਪਣੀ ਕੰਟਰੀ ਤੇ। तो देखो ਡੀਮੋਨੇਟਾਈਜੇਸ਼ਨ ਕਰਕੇ ਗਵਰਨਮੈਂਟ ਨੇ ਕੀ ਕਿਹਾ ਸੀਗਾ ਕਿ ਉਸ ਟਾਈਮ ਤੇ 2016 ਤੋਂ ਬਾਅਦ ਇਹ ਕਨਸੈਪਟ ਤੁਹਾਡੀਆਂ ਬੁੱਕਸ ਦੇ ਵਿੱਚ ਐਡ ਕੀਤਾ ਗਿਆ ਹੈਗਾ। ਤਾਂ ਗਵਰਨਮੈਂਟ ਨੇ ਕੀ ਕਿਹਾ ਸੀਗਾ ਉਸ ਟਾਈਮ ਤੇ ਕਿ ਜੋ 500 ਤੇ 1000 ਦੇ ਨੋਟਸ ਸਰਕੂਲੇਸ਼ਨ ਦੇ ਵਿੱਚ ਨੇਗੇ ਉਹਨਾਂ ਨੂੰ ਐਜ਼ ਅ ਕਰੰਸੀ ਅਸੀਂ ਐਕਸੈਪਟ ਨਹੀਂ ਕਰਾਂਗੇ। ਤਾਂ ਉਦੋਂ ਕੀ ਹੋਇਆ ਸੀ, ਲੋਕ ਬਹੁਤ ਪਰੇਸ਼ਾਨ ਹੋ ਗਏ ਸੀਗੇ ਕਿ ਹੁਣ ਸਾਡੇ ਕੋਲ ਜਿਹੜੇ 500 ਤੇ 1000 ਦੇ ਨੋਟ ਪਏ ਹੈਗੇ, ਅਸੀਂ ਉਹਨਾਂ ਨਾਲ ਕੁਝ ਖਰੀਦ ਨਹੀਂ ਪਾਵਾਂਗੇ, ਫालतू ਦੇ ਹੋ ਗਏ। ਤੇ ਗਵਰਨਮੈਂਟ ਨੇ ਲੋਕਾਂ ਨੂੰ ਕੀ ਕਿਹਾਗਾ ਕਿ ਆਹ 500 ਤੇ 1000 ਦੇ ਨੋਟ ਜੋ ਤੁਹਾਡੇ ਕੋਲ ਹੈਗੇ ਇਹ ਐਕਸੈਪਟ ਨਹੀਂ ਹੋਣਗੇ, ਪਰ ਤੁਸੀਂ ਕੀ ਕਰ ਸਕਦੇ ਹੋਗੇ, ਇਹਨਾਂ ਨੂੰ ਬੈਂਕ ਦੇ ਵਿੱਚ ਡਿਪੋਜ਼ਿਟ ਕਰਾ ਕੇ ਨਵੇਂ ਨੋਟਸ। ਗਵਰਨਮੈਂਟ ਨੇ ਉਦੋਂ 500 ਇੱਕ ਸੈਕਿੰਡ मैं दोबारा तो लिखदा, गवर्नमेंट ने उदों की कीता सीगा, आह 500 ते 1000 ਦੇ ਨੋਟਸ ਬੰਦ ਕੀਤੇ ਸੀਗੇ ਤੇ ਇਹਨਾਂ ਦੀ ਜਗ੍ਹਾ ਤੇ 500 ਤੇ ਇੱਕ 2000 ਦਾ ਜਿਹੜਾ ਹੁਣ ਆਹ ਰੀਸੈਂਟਲੀ ਗਵਰਨਮੈਂਟ ਨੇ ਨੋਟ ਬੰਦ ਕੀਤਾ ਹੈਗਾ, ਇਹ ਨੋਟ ਨਵੇਂ ਇਸ਼ੂ ਕੀਤੇ ਸੀਗੇ। ਤੇ ਗਵਰਨਮੈਂਟ ਨੇ ਲੋਕਾਂ ਨੂੰ ਕੀ ਕਿਹਾਗਾ ਕਿ ਆਹ ਜਿਹੜੇ ਪੁਰਾਣੇ ਨੋਟ ਤੁਹਾਡੇ ਕੋਲੇ 500 ਤੇ 1000 ਦੇ ਨੇ, ਇਹਨਾਂ ਨੂੰ ਤੁਸੀਂ ਕੀ ਕਰੋ, ਬੈਂਕ ਦੇ ਵਿੱਚ ਜਮ੍ਹਾਂ ਕਰਾ ਦਿਓ
ਤੇ ਬੈਂਕ ਦੇ ਵਿੱਚੋਂ ਇਹਨਾਂ ਬਦਲੇ ਤੁਹਾਨੂੰ ਆਹ 2 ਨੋਟ ਨਵੇਂ ਮਿਲ ਜਾਣਗੇ ਤੇ ਇਹਨਾਂ ਨੂੰ ਤੁਸੀਂ ਐਜ਼ ਅ ਕਰੰਸੀ ਯੂਜ਼ ਕਰ ਸਕੋਗੇ। ਗੱਲ ਸਮਝ ਆ ਗਈ। ਡੀਮੋਨੇਟਾਈਜੇਸ਼ਨ ਕਰਕੇ ਗਵਰਨਮੈਂਟ ਨੇ ਕੀ ਕੀਤਾ। ਹੁਣ ਇਹ ਕਰਨ ਪਿੱਛੇ ਗਵਰਨਮੈਂਟ ਦਾ ਕੀ ਮੋਟਿਵ ਸੀਗਾ। ਇਹ ਚੀਜ਼ ਕਰਨ ਪਿੱਛੇ ਗਵਰਨਮੈਂਟ ਦਾ ਮੋਟਿਵ ਸੀਗਾ ਇੱਕ ਤਾਂ ਕਰਪਸ਼ਨ ਨੂੰ ਰੋਕਣਾ, ਇੰਡੀਆ ਦੇ ਵਿੱਚ ਜੋ ਕਰਪਸ਼ਨ ਹੋ ਰਹੀ ਸੀਗੀ ਉਸ ਕਰਪਸ਼ਨ ਨੂੰ ਰੋਕਣਾ ਤੇ ਦੂਸਰਾ टैक्स इवेजन कंट्रोल करना यानी कि टैक्स की चोरी रोकना। तो डीमोनेटाइजेशन 2016 ਦੇ ਵਿੱਚ 2 मोटिव्स ਨਾਲ ਕੀਤੀ गई सी। एक तो जो ब्लैक मनी ਸੀਗੀ ਉਹ ब्लैक मनी ਨੂੰ खत्म करना प्लस करप्शन खत्म करना। ਉਹ ਕਿਵੇਂ करना ਚਾਹੁੰਦੀ ਸੀ गवर्नमेंट। देखो ਜਦੋਂ ਤੁਸੀਂ ਆਹ 500 ਤੇ 1000 ਦੇ ਨੋਟਸ ਐਕਸਚੇਂਜ ਕਰਵਾਉਣ ਲਈ ਨਵੇਂ ਨੋਟਾਂ ਦੇ ਬਦਲੇ ਬੈਂਕ ਦੇ ਵਿੱਚ ਡਿਪੋਜ਼ਿਟ ਕਰਾਉਂਗੇ ਤਾਂ ਉਹ ਸਾਰੇ ਪੈਸੇ ਦੀ ਇਨਫੋਰਮੇਸ਼ਨ ਜੋ ਕਿ ਤੁਸੀਂ ਗਵਰਨਮੈਂਟ ਤੋਂ ਲੁਕੋ ਕੇ ਰੱਖੇ। एक्चुअल ਦੇ ਵਿੱਚ ਬਲੈਕ ਮਨੀ ਕਿਹੜੀ ਹੁੰਦੀ ਹੈ ਕਿ ਜੋ ਕਿ ਤੁਸੀਂ ਟੈਕਸ ਬਚਾਉਣ ਲਈ ਗਵਰਨਮੈਂਟ ਤੋਂ ਲੁਕੋ ਕੇ ਰੱਖਦੇ ਹੋ ਤਾਂ ਕਿ ਤੁਹਾਨੂੰ ਉਸ ਪੈਸੇ ਤੇ ਟੈਕਸ ਨਾ ਭਰਨਾ ਪਵੇ। ਉਹਨੂੰ ਆਪਾਂ ਕੀ ਕਹਿ ਦਿੰਦੇ ਹੈਗੇ ਬਲੈਕ ਮਨੀ। ਤਾਂ ਜਦੋਂ ਗਵਰਨਮੈਂਟ ਨੇ ਨੋਟ ਬੰਦ ਕੀਤੇ ਉਦੋਂ ਤੁਸੀਂ ਕੀ ਕੀਤਾ ਸਾਰਿਆਂ ਨੇ ਜੋ ਤੁਸੀਂ ਪੈਸਾ ਇੱਦਾਂ ਗਵਰਨਮੈਂਟ ਤੋਂ ਲੁਕੋ ਕੇ ਰੱਖਿਆ ਹੋਇਆ ਸੀ ਉਹ ਸਾਰਾ ਪੈਸਾ ਕੀ ਕੀਤਾ ਬੈਂਕਾਂ 'ਚ ਜਾ ਕੇ ਜਮ੍ਹਾਂ ਕਰਾਤਾ ਤਾਂ ਕਿ ਤੁਹਾਨੂੰ ਆਹ 500 ਤੇ 2000 ਦੇ ਨੋਟ ਨਵੇਂ ਮਿਲ ਸਕਣ। ਜਦੋਂ ਤੁਸੀਂ ਆਪਦਾ ਸਾਰਾ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਾਤਾ ਤਾਂ ਬੈਂਕ 'ਚ ਸਾਰੇ ਪੈਸੇ ਦੀ ਇਨਫੋਰਮੇਸ਼ਨ ਚਲੀ ਗਈ ਜੋ ਤੁਸੀਂ ਗਵਰਨਮੈਂਟ ਤੋਂ ਲੁਕੋ ਕੇ ਵੀ ਰੱਖਿਆ ਸੀਗਾ। ਜਦੋਂ ਉਸ ਪੈਸੇ ਦੀ ਇਨਫੋਰਮੇਸ਼ਨ ਬੈਂਕ 'ਚ ਚਲੀ ਗਈ ਤਾਂ ਹੁਣ ਦੇਖੋ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਬੈਂਕ ਨਾਲ ਆਪਣਾ ਆਧਾਰ ਕਾਰਡ ਪੈਨ ਕਾਰਡ ਸਾਰਾ ਕੁਝ ਤਾਂ ਲਿੰਕ ਹੁੰਦਾ ਹੈਗਾ। ਇਹਦੀ ਇਨਫੋਰਮੇਸ਼ਨ ਕਿਹਦੇ ਕੋਲੇ ਚਲੀ ਗਈ गवर्नमेंट को चली गई कि इस बंदे को इन्ना पैसा है। तो गवर्नमेंट ने की किया अपने रिकॉर्ड्स नाल वो पैसा मैच करके देखा कि सानू इन्हें इन्ना पैसा शो किया होया कि नहीं किया होया जिन्ना इहदे खाते च हुण आ गया। जदों वो मैच नहीं होया तो गवर्नमेंट ने की किया लोकां नूं कहा जाके कि सानू इस पैसे ते की करो टैक्स भरो। जो पैसा उन्होंने गवर्नमेंट तो लुको के रखा सीगा ओदी सारी इंफॉर्मेशन बैंक्स थ्रू गवर्नमेंट को चली गई तो फिर गवर्नमेंट ने लोगों को की कहा कि ये सारे पैसे ते सानू टैक्स भरो। तो इस तरह गवर्नमेंट ने की किया जो लोग टैक्स की चोरी करते सीगे जिन्होंने आपदा ब्लैक मनी लुको के रखी हुई सी ताकि उन्होंने टैक्स ना भरना पवे ਉਹਦੇ ਲਈ ਕੀ ਕੀਤਾ ਗਾ ਸਾਰਾ ਪੈਸਾ ਇਹ ਡੀਮੋਨੇਟਾਈਜੇਸ਼ਨ ਕੀਤੀ ਤਾਂ ਕਿ ਲੋਕ ਆਪਦਾ ਪੈਸਾ ਬੈਂਕ 'ਚ ਜਮ੍ਹਾਂ ਕਰਾਉਣ। ਜਦੋਂ ਉਹ ਬੈਂਕ 'ਚ ਪੈਸਾ ਜਮ੍ਹਾਂ ਕਰਾਉਣਗੇ ਸਾਨੂੰ ਉਹਦੀ ਇਨਫੋਰਮੇਸ਼ਨ ਮਿਲੂਗੀ ਤਾਂ ਅਸੀਂ ਉਹਨਾਂ ਲੋਕਾਂ ਤੋਂ ਟੈਕਸ ਭਰਵਾ ਲਾਂਗੇ। ਇਹ ਗੱਲ ਸਮਝ ਆਈ। ਹੁਣ ਹੋਰ ਕੀ ਹੋਇਆ ਡੀਮੋਨੇਟਾਈਜੇਸ਼ਨ ਕਰਨ ਨਾਲ। ਇੱਕ ਤਾਂ ਇਹ ਚੀਜ਼ ਹੋਈ ਕਿ ਲੋਕਾਂ ਨੇ ਪੈਸਾ ਜਮ੍ਹਾਂ ਕਰਾਤਾ ਉਹਦੇ ਤੇ ਗਵਰਨਮੈਂਟ ਟੈਕਸ ਕੈਲਕੂਲੇਟ ਕਰ ਪਾਈ। ਹੋਰ ਕੀ ਹੋਇਆ ਡੀਮੋਨੇਟਾਈਜੇਸ਼ਨ ਕਰਨ ਨਾਲ ਕਿ ਜਦੋਂ ਤੁਸੀਂ ਪੈਸੇ ਕੀ ਕੀਤੇ ਆਹ ਸਾਰੇ 500 ਤੇ 1000 ਦੇ ਨੋਟ ਬੈਂਕ 'ਚ ਜਮ੍ਹਾਂ ਕਰਾਤੇ ਤੇ ਉਹਦੇ ਬਦਲੇ ਨਵੇਂ ਨੋਟ ਲੈਣ ਗਏ ਤੇ ਜਿਸ ਰੇਟ ਤੇ ਤੁਸੀਂ ਪੁਰਾਣੇ ਨੋਟ ਜਮ੍ਹਾਂ ਕਰਾਉਂਦੇ ਸੀਗੇ ਉਨੀ ਰੇਟ ਤੇ ਤੁਹਾਨੂੰ ਨਵੇਂ ਨੋਟ ਬੈਂਕ ਵੱਲੋਂ ਇਸ਼ੂ ਨਹੀਂ ਹੁੰਦੇ ਸੀਗੇ। मतलब कि जे तुसी मान लो कि 20,000 रुपया तुसी बैंक 'ਚ जमा कराउण जाने होंगे तो एक दिन दे विच तुहानूं सिर्फ 2,000 रुपया ही नवे नोट्स मिलते सीगे, ज़्यादा नहीं मिलते सीगे। तो इस चीज़ नाल की होयागा कि इकोनमी दे विच की होयागा लोकां कोले कैश की की होगी कमी होगी। एक कैश लैस इकोनमी क्रिएट होगी किवें क्योंकि लोगों ने की कीता आपदा सारा पैसा कित्थे जमा कराता सीगा बैंक्स दे विच जमा कराता तो उहदे नाल इकोनमी दे विच कैश की कमी होगी। तो उदों की होयागा इकोनमी दे विच डिजिटलाइजेशन की शुरुआत हुई। डिजिटल ट्रांजैक्शन जो है वो ज़्यादा होन लग गया। तो जे तुसीं नोट किया होवे पेटीएम गूगल पे वगैरह दे जिहड़ा यूजेस हैगा वो भी 2016 तो बाद ही इनक्रीज़ होएगा जदों तो लोगों को की होएगी कैश की कमी हुई है। तो एक तो की होएगा लोग गवर्नमेंट टैक्स कैलकुलेट कर पाई, दूसरा गवर्नमेंट ने की किया डिजिटलाइजेशन करती लोगों को कमी होने करके डिजिटल ट्रांजैक्शन ज़्यादा होने लगे। तो आ होया सीगा डीमोनेटाइजेशन करन नाल। ते जदों गवर्नमेंट ने की किया सी 500 ते 1000 दे नोट बंद किए सीगे इन्हां विचों जिन्नी भी टोटल करंसी जो सीगी सर्कुलेशन दे विच सीगी उस टाइम ते ओहदे विचों 86% की सीगा सिर्फ 500 ते 1000 दे नोट ही सी। यानी कि जिहड़ा पिछे रिमेनिंग बच गया 14% जो अपने 100 के नोट 50 के नोट 20 के नोट 10 के नोट होंगे वो सारे मिला के कितनी परसेंटेज बनती सी सिर्फ 14%। 500 ते 1000 की कितनी रेशो सी इकोनॉमी के विच 86%। तो 86% करंसी जो सी उस टाइम पे एज अ लीगल टेंडर उसका स्टेटस की कर दिता गया सीगा, खत्म कर दिता गया सी।
ਗੱਲ ਸਮਝ ਆ ਗਈ ਡੀਮੋਨੇਟਾਈਜੇਸ਼ਨ ਕੀ ਸੀਗੀ, ਕੀ ਹੋਇਆ ਉਹਦੇ ਨਾਲ। ਹੁਣ ਦੇਖੋ ਇਹਦਾ ਇੰਪੈਕਟ ਵੀ ਦੇਖੋ ਬਿਜ਼ਨਸਿਸ ਤੇ ਪਿਆ ਹੋਊਗਾ। ਜਦੋਂ ਤੁਸੀਂ ਕੀ ਕੀਤਾ, ਕੈਸ਼ਲੈਸ ਇਕਨੋਮੀ ਕ੍ਰੀਏਟ ਕਰਤੀ, ਲੋਕਾਂ ਕੋਲੇ ਕੈਸ਼ ਦੀ ਕਮੀ ਹੋ ਗਈ, ਸਾਰਾ ਪੈਸਾ ਉਹਨਾਂ ਦਾ ਕਿੱਥੇ ਚਲਾ ਗਿਆ, ਬੈਂਕ। ਤੇ ਬੈਂਕ ਰਿਟਰਨ ਦੇ ਵਿੱਚ ਉਹਨਾਂ ਨੂੰ ਦਿੰਦਾ ਕੀ ਸੀਗਾ, ਸਿਰਫ 2000 ਰੋਜ਼ ਦੇ। ਤੇ ਲੋਕਾਂ ਦੀ ਜੋ ਪਰਚੇਜ਼ਿੰਗ ਪਾਵਰ ਸੀਗੀ ਉਹ ਵੀ ਬਹੁਤ ਜ਼ਿਆਦਾ ਰਿਡਿਊਸ ਹੋ ਗਈ ਸੀ, ਕਿਉਂਕਿ ਉਹਨਾਂ ਕੋਲੇ ਪੈਸੇ ਹੀ ਨਹੀਂ ਹੁੰਦੇ ਸੀ। ਜਦੋਂ ਲੋਕਾਂ ਦੀ ਪਰਚੇਜ਼ਿੰਗ ਪਾਵਰ ਰਿਡਿਊਸ ਹੋਈ ਤੇ ਇਹਦਾ ਇੰਪੈਕਟ ਕਿਹਦੇ ਤੇ ਪਿਆਗਾ, ਬਿਜ਼ਨਸਿਸ ਦੇ ਉੱਤੇ। ਇਹ ਪੁਆਇੰਟ ਆਪਾਂ ਫੀਚਰ 'ਚ ਵੀ ਪੜ੍ਹਿਆ ਸੀਗਾ ਕਿ ਡੀਮੋਨੇਟਾਈਜੇਸ਼ਨ ਕਰਨ ਦਾ ਜੋ ਡਿਸੀਜ਼ਨ ਸੀਗਾ ਉਹ ਗਵਰਨਮੈਂਟ ਨੇ ਲਿਆ ਸੀਗਾ, ਤੇ ਉਸ ਡਿਸੀਜ਼ਨ ਨਾਲ ਕੀ ਹੋਇਆ ਸੀਗਾ, ਲੋਕਾਂ ਕੋਲੇ ਪੈਸਿਆਂ ਦੀ ਕਮੀ ਹੋ ਗਈ ਤੇ ਉਹਨਾਂ ਦੀ ਪਰਚੇਜ਼ਿੰਗ ਪਾਵਰ ਘਟ ਗਈ, ਜਿਹਦੇ ਨਾਲ ਸਾਰੇ ਬਿਜ਼ਨਸਿਸ ਤੇ ਕੀ ਪਿਆਗਾ, ਇੰਪੈਕਟ ਪਿਆ ਸੀ। ਤਾਂ ਕਰਕੇ ਇਹ ਕਿਹਦਾ ਇੰਪੈਕਟ ਆ ਜਾਂਦਾ ਹੈਗਾ, ਪੋਲੀਟੀਕਲ ਇਨਵਾਇਰਨਮੈਂਟ। ਇੰਨੀ ਗੱਲ ਸਮਝ ਆ ਗਈ। ਡੀਮੋਨੇਟਾਈਜੇਸ਼ਨ ਦਾ ਕੰਸੈਪਟ ਵੀ ਸਮਝ ਆ ਗਿਆ ਕੀ ਸੀਗਾ, ਕਿਉਂ ਕੀਤੀ ਗਈ ਸੀਗੀ, ਤਾਂ ਕਿ ਬਲੈਕ ਮਨੀ, ਕਰਪਸ਼ਨ, ਟੈਕਸ ਦੀ ਚੋਰੀ, ਇਹਨਾਂ ਸਾਰੀਆਂ ਚੀਜ਼ਾਂ ਨੂੰ ਰੋਕਿਆ ਜਾ ਸਕੇ। ਤੇ ਉਹਦੇ ਨਾਲ ਹੋਇਆ ਕਿ ਆਪਣੀ ਇਕਨੋਮੀ ਜੋ ਹੈ ਉਹ ਕੈਸ਼ਲੈਸ ਇਕਨੋਮੀ ਕ੍ਰੀਏਟ ਹੋ ਗਈ ਤੇ ਡਿਜੀਟਲਾਈਜੇਸ਼ਨ, ਜੋ ਡਿਜੀਟਲ ਟ੍ਰਾਂਜੈਕਸ਼ਨਸ ਨੇ ਉਹ ਜ਼ਿਆਦਾ ਹੋਣ ਲੱਗ ਗਿਆ। ਨੈਕਸਟ ਆ ਜੋ ਆਪਣੇ ਕੋਲੇ ਹੈ ਫੀਚਰਸ ਆਫ ਡੀਮੋਨੇਟਾਈਜੇਸ਼ਨ। ਕੀ ਫੀਚਰਸ ਨੇ, ਸਾਰਿਆਂ ਨਾਲੋਂ ਪਹਿਲਾਂ ਉਹੀ ਟੈਕਸ ਐਡਮਿਨਿਸਟ੍ਰੇਟਿਵ ਮੇਜਰ। ਡੀਮੋਨੇਟਾਈਜੇਸ਼ਨ ਨਾਲ ਜੋ ਗਵਰਨਮੈਂਟ ਦਾ ਟੈਕਸ ਐਡਮਿਨਿਸਟ੍ਰੇਸ਼ਨ ਸੀਗਾ ਉਹ ਕੀ ਹੋਇਆ ਸੀਗਾ, ਇਨਕਰੀਜ਼ ਹੋ ਗਿਆ ਸੀ। ਯਾਨੀ ਕਿ ਜਦੋਂ ਲੋਕਾਂ ਨੇ ਕੀ ਕੀਤਾ, ਆਪਦਾ ਪੈਸਾ ਬੈਂਕਾਂ ਦੇ ਵਿੱਚ ਜਾ ਕੇ ਜਮ੍ਹਾਂ ਕਰਾਇਆ ਤਾਂ ਲੋਕਾਂ ਦੇ ਉਸ ਪੈਸੇ ਦੀ ਜੋ ਉਹਨਾਂ ਨੇ ਗਵਰਨਮੈਂਟ ਤੋਂ ਲੁਕੋ ਕੇ ਰੱਖੇ ਸੀ ਉਹਦੀ ਇਨਫੋਰਮੇਸ਼ਨ ਗਵਰਨਮੈਂਟ ਕੋਲੇ ਚਲੀ ਗਈ। ਤੇ ਗਵਰਨਮੈਂਟ ਨੇ ਕੀ ਕੀਤਾ, ਉਹ ਸਾਰੇ ਪੈਸੇ ਤੇ ਲੋਕਾਂ ਤੋਂ ਟੈਕਸ ਕੈਲਕੂਲੇਟ ਕੀਤਾ ਤੇ ਉਸ ਟਾਈਮ ਤੇ ਜੋ ਗਵਰਨਮੈਂਟ ਦਾ ਟੈਕਸ ਐਡਮਿਨਿਸਟ੍ਰੇਸ਼ਨ ਮੇਜਰ ਸੀਗਾ ਉਹ ਇਨਕਰੀਜ਼ ਹੋਇਆ। ਯਾਨੀ ਕਿ ਗਵਰਨਮੈਂਟ ਦੀ ਟੈਕਸ ਦੀ ਜੋ ਇਨਕਮ ਸੀਗੀ ਉਹ ਇਨਕਰੀਜ਼ ਹੋ ਗਈ ਸੀ। ਗੱਲ ਕਲੀਅਰ ਹੋ ਗਈ। ਨੈਕਸਟ ਫੀਚਰ ਕੀ ਆਪਣੇ ਕੋਲੇ, ਟੈਕਸ ਇਵੇਜ਼ਨ ਕੰਟਰੋਲ। ਟੈਕਸ ਇਵੇਜ਼ਨ ਦਾ ਮਤਲਬ ਹੁੰਦਾ ਹੈਗਾ ਜਦੋਂ ਤੁਸੀਂ ਇਲੀਗਲੀ ਟੈਕਸ ਬਚਾਉਣ ਦੀ ਖਾਤਰ ਆਪਦੀ ਇਨਕਮ ਘੱਟ ਸ਼ੋ ਕਰ ਦਿਓ, ਯਾਨੀ ਕਿ ਸਿੰਪਲੀ ਜੇ ਮੈਂ ਕਹਾਂ ਟੈਕਸ ਦੀ ਚੋਰੀ। ਤਾਂ ਇਹ ਜੋ ਡੀਮੋਨੇਟਾਈਜੇਸ਼ਨ ਦਾ ਡਿਸੀਜ਼ਨ ਸੀਗਾ ਗਵਰਨਮੈਂਟ ਦਾ ਉਹ ਕੀ ਸੀਗਾ, ਇੱਕ ਟੈਕਸ ਇਵੇਜ਼ਨ ਕੰਟਰੋਲ, ਯਾਨੀ ਕਿ ਟੈਕਸ ਦੀ ਚੋਰੀ ਨੂੰ ਰੋਕਣ ਦਾ ਇੱਕ ਤਰੀਕਾ ਸੀਗਾ। ਤਰੀਕਾ ਕਿਵੇਂ ਰੋਕੀ ਗਈ ਚੋਰੀ, ਉਹ ਤੁਹਾਨੂੰ ਸਮਝ ਆਈ ਗਿਆ ਕਿ ਲੋਕਾਂ ਨੇ ਕੀ ਕੀਤਾ, ਪੈਸੇ ਬੈਂਕਾਂ 'ਚ ਜਮ੍ਹਾਂ ਕਰਾਣੇ ਸ਼ੁਰੂ ਕਰਤੇ, ਬੈਂਕਾਂ ਕੋਲੇ ਉਹਦੀ ਇਨਫੋਰਮੇਸ਼ਨ ਚਲੀ ਗਈ, ਬੈਂਕਾਂ ਤੋਂ ਉਹਦੀ ਇਨਫੋਰਮੇਸ਼ਨ ਗਵਰਨਮੈਂਟ ਕੋਲੇ ਚਲੀ ਗਈ, ਗਵਰਨਮੈਂਟ ਨੇ ਉਹ ਪੈਸੇ ਤੇ ਟੈਕਸ ਕੈਲਕੂਲੇਟ ਕੀਤਾ। ਤੇ ਇਹਦਾ ਨਤੀਜਾ ਇਹ ਵੀ ਹੋਇਆ ਕਿ ਉਦੋਂ ਡਿਜੀਟਲਾਈਜੇਸ਼ਨ ਜ਼ਿਆਦਾ ਹੋ ਗਈ ਤਾਂ ਲੋਕਾਂ ਦੇ ਕੋਲੇ ਕੈਸ਼ ਦੀ ਕਮੀ ਹੋ ਗਈ। ਤਾਂ ਉਦੋਂ ਬਾਅਦ ਵੀ ਇਹ ਐਜ਼ ਅ ਟੈਕਸ ਮੇਜਰ ਕੰਟਰੋਲ ਵਰਤਿਆ ਗਿਆ, ਕਿਉਂਕਿ ਮੋਸਟਲੀ ਜਦੋਂ ਹੁਣ ਆਪਣੇ ਕੋਲੇ ਗੂਗਲ ਪੇ, ਪੇਟੀਐਮ ਆਪਾਂ ਨੂੰ ਇੰਨੀ ਸਹੂਲਤ ਮਿਲਦੀ ਹੈਗੀ ਤਾਂ ਆਪਾਂ ਕੀ ਕਰਦੇ, ਬੈਂਕ 'ਚ ਪੈਸੇ ਜਮ੍ਹਾਂ ਕਰਾ ਦਿੰਦੇ ਹੈਗੇ। ਤਾਂ ਉਹਦੇ ਨਾਲ ਇਹ ਚੀਜ਼ ਵੀ ਹੋਈ ਕਿ ਟੈਕਸ ਦੀ ਚੋਰੀ ਵੀ ਬਹੁਤ ਹੱਦ ਤੱਕ ਰੋਕੀ ਗਈ। ਨੈਕਸਟ ਥਰਡ ਕੀ ਹੈਗਾ, ਚੈਨਲਾਈਜ਼ਿੰਗ ਸੇਵਿੰਗਸ ਇਨਟੂ ਦੀ ਫਾਰਮਲ ਫਾਈਨੈਂਸ਼ੀਅਲ ਸਿਸਟਮਸ। ਸਿਸਟਮ ਦੇ ਸਪੈਲਿੰਗ ਗਲਤ ਲਿਖੇ ਹੋਏ ਹੈਗੇ, ਇੱਥੇ ਐਸ ਆਊਗੀ। ਤਾਂ ਇਹ ਪੁਆਇੰਟ ਕੀ ਕਹਿ ਰਿਹਾ ਹੈਗਾ, ਦੇਖੋ ਪਹਿਲਾਂ ਕੀ ਸੀਗਾ, ਮੰਨ ਲਓ ਕਿ ਤੁਹਾਡੇ ਕੋਲੇ 5 ਲੱਖ ਰੁਪਏ, ਇਹ 5 ਲੱਖ ਰੁਪਏ ਤੁਹਾਨੂੰ ਟੈਕਸ ਨਾ ਭਰਨਾ ਪਵੇ, ਤੁਸੀਂ ਗਵਰਨਮੈਂਟ ਤੋਂ ਬਚਾਉਣ ਲਈ ਕੀ ਕੀਤਾ ਹੈਗਾ, ਆਪਦੇ ਘਰ ਹੀ ਲੁਕੋ ਕੇ ਰੱਖਿਆ। ਸੇਵਿੰਗ ਤਾਂ ਇਹ ਵੀ ਹੈਗਾ ਕਿ ਤੁਸੀਂ ਆਪਦੇ ਕੋਲੇ ਰੱਖਿਆ ਹੈਗਾ, ਪਰ ਘਰੇ ਲੁਕੋ ਕੇ ਰੱਖਿਆ। ਹੁਣ ਜਿਹੜਾ ਪੈਸਾ ਆਪਣੇ ਘਰੇ ਪਿਆ ਹੈਗਾ ਉਹ ਕਿਤੇ ਜਾਊਗਾ ਤਾਂ ਨਹੀਂ, ਆਪਣੇ ਘਰੇ ਜਿਸ ਜਗ੍ਹਾ ਤੇ ਪਿਆ ਹੈਗਾ ਉੱਥੇ ਹੀ ਪਿਆ ਰਹੂਗਾ। ਬਟ ਡੀਮੋਨੇਟਾਈਜੇਸ਼ਨ ਹੋਣ ਤੋਂ ਬਾਅਦ ਇਹ ਪੈਸਾ ਤੁਸੀਂ ਕਿੱਥੇ ਜਮ੍ਹਾਂ ਕਰਾਤਾ, ਬੈਂਕਸ ਦੇ ਵਿੱਚ। ਹੁਣ ਜਦੋਂ ਤੁਸੀਂ ਪੈਸੇ ਬੈਂਕ ਦੇ ਵਿੱਚ ਜਮ੍ਹਾਂ ਕਰਵਾਉਣੇ ਹੋਗੇ ਨਾ, ਉਹ ਪੈਸਾ ਬੈਂਕ ਦੇ ਵਿੱਚ ਐਂ ਨਹੀਂ ਪਿਆ ਰਹਿੰਦਾ। ਜੇ ਮੈਂ ਆਪਦੇ ਘਰੇ ਪੈਸੇ ਰੱਖੇ ਹੋਏ ਹੈਗਾ ਤਾਂ ਉਵੇਂ ਹੀ ਪਏ ਰਹਿਣਗੇ, ਬਟ ਜਦੋਂ ਮੈਂ ਪੈਸੇ ਬੈਂਕ 'ਚ ਜਮ੍ਹਾਂ ਕਰਾਉਣੀ ਹੈਗੀ ਤਾਂ ਬੈਂਕ ਦੇ ਵਿੱਚ ਆਪਣੇ ਅਕਾਊਂਟ ਦੇ ਵਿੱਚ ਸਿਰਫ ਇੱਕ ਅਮਾਊਂਟ ਬੋਲ ਰਹੀ ਹੁੰਦੀ ਹੈ ਕਿ ਆਪਣੇ ਅਕਾਊਂਟ ਦੇ ਵਿੱਚ ਇੰਨੇ ਪੈਸੇ ਹੈਗੇ ਹੈ। ਐਕਚੁਅਲ ਦੇ ਵਿੱਚ ਫਿਜ਼ੀਕਲ ਫਾਰਮ ਦੇ ਵਿੱਚ ਉੱਥੇ ਪੈਸੇ ਨਹੀਂ ਪਏ ਹੁੰਦੇ। ਬੈਂਕ ਕੀ ਕਰਦਾ ਹੈਗਾ, ਜੋ ਤੁਸੀਂ ਬੈਂਕ ਦੇ ਵਿੱਚ ਪੈਸੇ ਜਮ੍ਹਾਂ ਕਰਾ ਕੇ ਆਉਂਦੇ ਹੋਗੇ ਉਹਨਾਂ ਨੂੰ, ਜਿਹੜੇ ਲੋਕਾਂ ਨੂੰ ਲੋਨ ਵਗੈਰਾ ਚਾਹੀਦੇ ਹੁੰਦੇ ਹੈਗੇ ਬਿਜ਼ਨਸਮੈਨਸ ਨੂੰ, ਉਹਨਾਂ ਨੂੰ ਐਜ਼ ਅ ਲੋਨ ਪੈਸੇ ਦੇ ਦਿੰਦਾ। ਤੇ ਜਦੋਂ ਤੁਹਾਡੇ ਆ ਪੈਸੇ ਬੈਂਕ 'ਚ ਗਏ, ਬੈਂਕ ਨੇ ਕੀ ਕੀਤਾ, ਉਹਨਾਂ ਨੂੰ ਐਜ਼ ਅ ਲੋਨ ਬਿਜ਼ਨਸਮੈਨਸ ਨੂੰ ਦੇ ਦਿੱਤੇ। ਹੁਣ ਬਿਜ਼ਨਸਮੈਨ ਨੂੰ ਲੋਨ ਦੋਗੇ ਤਾਂ ਉਹ ਕੀ ਕਰੂਗਾ, ਇਕੋਨਮੀ ਦੇ ਵਿੱਚ, ਇੰਡਸਟਰੀਅਲਾਈਜੇਸ਼ਨ ਦੇ ਵਿੱਚ ਯੂਜ਼ ਕਰੂਗਾ ਕਿਸੇ ਪ੍ਰੋਡਕਟਿਵ ਕੰਮ ਲਈ। ਤਾਂ ਉਹ ਪੁਆਇੰਟ ਇਹ ਚੀਜ਼ ਆਪਾਂ ਨੂੰ ਦੱਸ ਦੇਗਾ ਕਿ ਜਿਹੜਾ ਪੈਸਾ ਤੁਹਾਡੇ ਘਰੇ ਐਵੇਂ ਪਿਆ ਸੀ ਫਾਲਤੂ, ਜਿਹਦਾ ਕੋਈ ਯੂਜ਼ ਨਹੀਂ ਹੋ ਰਿਹਾ ਸੀ, ਜਦੋਂ ਤੁਸੀਂ ਉਹ ਪੈਸਾ ਬੈਂਕ ਦੇ ਵਿੱਚ ਜਮ੍ਹਾਂ ਕਰਾਇਆ ਤਾਂ ਬੈਂਕ ਨੇ ਕੀ ਕੀਤਾ, ਉਹਨਾਂ ਨੂੰ, ਲੋਕਾਂ ਨੂੰ ਲੋਨ ਦੇਣ ਵਾਸਤੇ ਯੂਜ਼ ਕੀਤਾ। ਤੇ ਜਦੋਂ ਲੋਕਾਂ ਨੂੰ ਲੋਨ ਦਿੱਤਾ ਗਿਆ ਉਸ ਪੈਸੇ ਨਾਲ, ਤਾਂ ਉਹ ਪੈਸਾ ਕੀ ਹੈਗਾ, ਫਾਰਮਲ ਇਕੋਨਮੀ ਦੇ ਵਿੱਚ ਇਨਵੈਸਟ ਕੀਤਾ ਗਿਆ।
ਤਾਂ ਡੀਮੋਨੇਟਾਈਜੇਸ਼ਨ ਕਰਨ ਨਾਲ ਫालतू ਪੈਸੇ ਨੂੰ ਆਪਾਂ ਫਾਈਨੈਂਸ਼ੀਅਲ ਫਾਰਮਲ ਫਾਈਨੈਂਸ਼ੀਅਲ ਸਿਸਟਮ ਦੇ ਵਿੱਚ ਕੀ ਕੀਤਾ, ਇਨਵੈਸਟ ਕਰਕੇ ਯੂਜ਼ ਕੀਤਾ। ਨੈਕਸਟ ਪੁਆਇੰਟ ਕੀ ਆ ਜਾਂਦਾ ਹੈਗਾ ਲਾਸਟ ਆਪਣੇ ਕੋਲੇ, ਕ੍ਰੀਏਟਿੰਗ ਲੈਸ ਕੈਸ਼ ਇਕੋਨਮੀ। ਡੀਮੋਨੇਟਾਈਜੇਸ਼ਨ ਕਰਨ ਨਾਲ ਇਹ ਵੀ ਚੀਜ਼ ਹੋਈ ਸੀਗੀ ਕਿ ਆਪਣੀ ਜੋ ਇਕੋਨਮੀ ਆ ਉਹ ਕੈਸ਼ਲੈਸ ਇਕੋਨਮੀ ਕ੍ਰੀਏਟ ਹੋ ਗਈ ਸੀਗੀ, ਡਿਜੀਟਲ ਟ੍ਰਾਂਜੈਕਸ਼ਨ ਜ਼ਿਆਦਾ ਹੋਣ ਲੱਗ ਗਿਆ ਸੀ। ਇਹੀ ਸਾਰੇ ਪੁਆਇੰਟਸ ਆਪਾਂ ਪੜ੍ਹੇ ਹੈਗੇ, ਸਮਝ ਆ ਗਏ ਫੀਚਰਸ। ਪਹਿਲਾ ਫੀਚਰਸ ਕੀ ਸੀਗਾ ਕਿ ਗਵਰਨਮੈਂਟ ਨੂੰ ਟੈਕਸ ਕੈਲਕੂਲੇਟ ਕਰਨ 'ਚ ਹੈਲਪ ਮਿਲੀ ਜਿਹੜੇ ਪੈਸੇ ਤੇ ਲੋਕਾਂ ਨੇ ਟੈਕਸ ਨਹੀਂ ਭਰਿਆ ਸੀਗਾ। ਦੂਸਰਾ, ਟੈਕਸ ਦੀ ਚੋਰੀ ਰੋਕਣ 'ਚ ਹੈਲਪ ਮਿਲੀ ਡੀਮੋਨੇਟਾਈਜੇਸ਼ਨ ਕਰਨ ਨਾਲ। ਤੀਸਰਾ, ਜਿਹੜਾ ਪੈਸਾ ਫालतू ਪਿਆ ਸੀਗਾ ਉਹਨੂੰ ਆਪਾਂ ਕਿਸੇ ਪ੍ਰੋਡਕਟਿਵ ਕੰਮ ਲਈ ਯੂਜ਼ ਕਰ ਲਿਆ ਜਦੋਂ ਉਹ ਬੈਂਕਾਂ 'ਚ ਪੈਸਾ ਆ ਗਿਆ। ਤੇ ਲਾਸਟ ਕੀ ਹੈਗਾ ਕਿ ਇਹਦੇ ਨਾਲ ਇੱਕ ਕੈਸ਼ਲੈਸ ਇਕੋਨਮੀ ਕ੍ਰੀਏਟ ਕਰਕੇ ਆਪਾਂ ਡਿਜੀਟਲ ਟ੍ਰਾਂਜੈਕਸ਼ਨ ਜ਼ਿਆਦਾ ਕਰਨ ਲੱਗ ਗਏ। ਤੇ ਇਹ ਸੀਗੇ ਡੀਮੋਨੇਟਾਈਜੇਸ਼ਨ ਦਾ ਕੰਸੈਪਟ ਤੇ ਡੀਮੋਨੇਟਾਈਜੇਸ਼ਨ ਦੇ ਫੀਚਰਸ। ਇੱਕ ਟੌਪਿਕ ਤੁਹਾਡਾ ਹੋਰ ਵੀ ਹੈਗਾ ਬੁੱਕ ਦੇ ਵਿੱਚ ਛੋਟਾ ਜਿਹਾ, ਇੰਪੈਕਟ ਆਫ ਡੀਮੋਨੇਟਾਈਜੇਸ਼ਨ। ਉਹਦੀ ਕੋਈ ਅਲੱਗ ਤੋਂ ਸਲਾਈਡ ਨਹੀਂ ਹੈ, ਬਟ ਜੋ ਆਪਾਂ ਹੁਣ ਗੱਲਾਂ ਕਰਕੇ ਆਏਂਗੇ ਇਹਦੇ ਵਿੱਚੋਂ ਹੀ ਸਾਰੇ ਇੰਪੈਕਟ ਨਿਕਲਦੇਗੇ। ਸਾਰਿਆਂ ਨਾਲੋਂ ਪਹਿਲਾਂ ਕੀ ਹੈਗਾ, ਦੇਖੋ ਸਭ ਤੋਂ ਪਹਿਲਾਂ ਤਾਂ ਇੱਕ ਆਹ ਇੰਪੈਕਟ ਪਿਆ ਕਿ ਕੈਸ਼ਲੈਸ ਇਕੋਨਮੀ, ਪਹਿਲਾ ਇੰਪੈਕਟ। ਦੂਜਾ, डिजिटल ट्रांजैक्शंस यानी कि डिजिटलाइजेशन, डिजिटल ट्रांजैक्शंस की होईयां सीगियां, इनक्रीज हो गया सी। ए दूजा इंपैक्ट। तीजा इंपैक्ट जो सीगा वो की सीगा, जो बैंक्स ने की किया, इंटरस्ट ऑन लोन्स जो सीगे वो रिड्यूस करते, क्योंकि बैंक च बहुत पैसा हो गया सीगा तो बैंक ने लोगों को कहा कि आ जाओ मेरे को लोन ले लो, मैं इंटरस्ट रेट घटाते। तीजा, बैंक डिपॉजिट्स जो सीगे वो भी बहुत ज़्यादा इनक्रीज हो गए सी, नॉर्मल नालों बहुत ज़्यादा बैंक डिपॉजिट्स उस टाइम ते होन लग गए सी। पंजवां की होया सीगा, लोकां दी परचेजिंग पावर घट गई, जिहदे नाल की होया रियल एस्टेट दे प्राइजेस ते भी बहुत ज़्यादा फर्क पिया सी, रियल एस्टेट दे प्राइजेस घट गए सी। ते जो पब्लिक वेल्थ हैगी, पब्लिक सैक्टर ते कोई फर्क नहीं पिया सी, प्राइवेट सैक्टर ते ही फर्क पियागा कि रियल एस्टेट दे प्राइसेस घट गए। तो ये कुछ इंपैक्ट्स पए है कि इकॉनमी दे विच कैशलैस इकॉनमी क्रिएट होगी, टैक्स की चोरी रुकन लग गई, टैक्स इवेजन कंट्रोल हो गया, टैक्स एडमिनिस्ट्रेशन वधिया हो गया, ठीक है, कैशलैस इकॉनमी होगी, डिजिटलाइजेशन करती आपां, बैंक ते जो इंटरस्ट लोन्स ते जो आपां नूं इंटरस्ट पे करना पैंदा सीगा वो इंटरस्ट रेट घट गया, बैंक डिपॉजिट्स इंक्रीज हो गए, रियल एस्टेट के प्राइजेस घट गए। ओवरऑल की होया सीगा, ओवरऑल इकॉनमी दे विच प्राइवेट सैक्टर की इनकम रिड्यूस हो गई सी। क्लीयर हो गया, बिल्कुल छोटा जिहा कंसैप्ट सीगा, सौखा जा, ठीक है। होप तुहानूं सारिआं नूं समझ आ गया होगा। जे दे विचों कोई भी डाउट होवे तो अपनी क्वेरी कमेंट सैक्शन दे विच लिख दिओ। हुण इस चैप्टर दे विचों बस अपने कोले इक्को ही टॉपिक बचा हैगा, इकनॉमिक रिफॉर्म्स दा गवर्नमेंट पॉलिसी वाला, ठीक है। वो आपां नैक्सट वीडियो दे विच डिस्कस कर लांगे। थैंक यू सो मच, हैव अ गुड डे।